ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਹਾਂ ਕਵਿਤਾ ਸਿੰਘ ਹਾਜ਼ਰ ਇੱਕ ਵਾਰ ਫਿਰ ਤੋਂ ਜੀ ਸਾਡਾ ਅੱਜ ਦਾ ਇਹ ਨਵਾਂ ਲਾਈਵ ਸ਼ੋਅ ਲੈ ਕੇ। ਸੋ ਨਵਾਂ ਦਿਨ ਹੈ ਜੀ ਤੇ ਨਵਾਂ ਹੀ ਇਹ ਸ਼ੋਅ ਹੈ ਤੇ ਸਾਡੇ ਜਿਹੜੇ ਵਿਦਿਆਰਥੀ ਸਾਡੇ ਦਰਸ਼ਕ ਜੀ ਫਿਲਹਾਲ ਅਸੀਂ ਤੁਹਾਨੂੰ ਵੀ ਮੌਕਾ ਦਿੰਦੇ ਆ ਕਿ ਤੁਸੀਂ ਆਪਣੇ ਸਵਾਲਾਂ ਨੂੰ ਡਿਸਕਸ ਕਰਿਆ ਕਰੋ। ਵਿਦੇਸ਼ ਜਾਣ ਨੂੰ ਲੈ ਕੇ ਜੀ ਕੋਈ ਵੀ ਸਵਾਲ ਹੈ, ਆਪਣੇ ਬੱਚਿਆਂ ਨੂੰ ਭੇਜਣਾ ਜਾਂ ਤੁਸੀਂ ਖੁਦ ਜਾਣਾ ਹੈ ਜਾਂ ਆਲਰੇਡੀ ਬੱਚੇ ਉੱਥੇ ਪਹੁੰਚੇ ਹੋਏ ਨੇ ਜੀ, ਹੁਣ ਅੱਗੇ ਉਹਨਾਂ ਦੀ ਸੈਟਲਮੈਂਟ ਕਰਨੀ ਹੈ ਤਾਂ ਬਹੁਤ ਸਾਰੇ ਸਵਾਲ ਨੇ ਜੀ, ਉਹਨਾਂ ਦੇ ਜਵਾਬ ਲੈ ਲਿਆ ਕਰੋ। ਤੇ ਇਹਦੇ ਵਿੱਚ ਅੱਜ ਮਦਦ ਕਰ ਰਹੇ ਨੇ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ICCRC ਮੈਂਬਰ ਡਾਕਟਰ ਰਵੀ ਗਰਗ ਸਰ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਫਿਲਹਾਲ ਜੀ ਸਾਡੇ ਜਿਹੜੇ ਵਿਦਿਆਰਥੀ ਨੇ ਇਹ 15-20 ਮਿੰਟ ਜਿਹੜੇ ਨੇ ਨਾ ਤੁਸੀਂ ਆਪਣੇ ਆਪ ਦੇ ਵਾਸਤੇ ਜ਼ਰੂਰ ਕੱਢਨੇ ਨੇ। ਸੋ ਲੇਟੈਸਟ ਇਨਫੋਰਮੇਸ਼ਨ ਲੈ ਕੇ ਜੀ ਦੇਸ਼ ਪ੍ਰਦੇਸ਼ ਲਾਈਵ ਦਾ ਇਹ ਸ਼ੋਅ ਲੈ ਕੇ ਹਾਜ਼ਰ ਹੈਗੇ ਆ। ਸੋ ਸਭ ਤੋਂ ਪਹਿਲਾਂ ਰਵੀ ਸਰ, ਯਾਨੀ ਕਿ ਸਟੂਡੈਂਟਸ, ਹੁਣ ਮੈਂ ਉਸ ਇਨਟੇਕ ਦੀ ਗੱਲ ਕਰ ਰਹੀ ਹਾਂ ਜਿਹਦੇ ਵਿੱਚ ਅਸੀਂ ਹੁਣ ਐਡਮਿਸ਼ਨ ਲੈਣੀ ਹੈ। ਸਟੂਡੈਂਟਸ ਪਾਸ ਆਊਟ ਵੀ ਹੋਣਗੇ, ਬਹੁਤ ਜਲਦੀ ਰਿਜ਼ਲਟ ਆ ਜਾਣੇ, ਉਹਨਾਂ ਨੇ ਵੀ ਐਡਮਿਸ਼ਨਸ ਲੈਣੀਆਂ ਨੇ। ਕੀ ਲੱਗਦਾ ਹੈ ਹੁਣ ਜਿੱਦਾਂ ਦਾ ਰਿਜ਼ਲਟਸ ਆ ਰਹੇ ਨੇ ਉਹਨੂੰ ਦੇਖਦੇ ਹੋਏ ਕਿ ਹੁਣ ਜਿਹੜੀ ਕੈਨੇਡਾ ਐਮਬੈਸੀ ਹੈ ਜਾਂ ਕੈਨੇਡਾ ਗਵਰਨਮੈਂਟ ਹੈ ਕਿੱਦਾਂ ਦੇ ਸਟੂਡੈਂਟਸ ਨੂੰ ਐਕਸੈਪਟ ਕਰੇਗੀ, ਕਿੱਦਾਂ ਦੇ ਸਟੂਡੈਂਟਸ ਦੀਆਂ ਪ੍ਰੋਫਾਈਲਸ ਨੂੰ ਵੀਜ਼ਾ ਮਿਲਣਗੇ ਆਉਣ ਵਾਲੇ ਇਨਟੇਕ ਦੇ ਵਿੱਚ? ਦੇਖੋ ਕਵਿਤਾ ਜੀ, ਇਹ ਇੰਨੇ ਸਾਲ 2003 ਤੋਂ ਕੰਪਨੀ ਹੈਗੀ ਹੈ, ਹਜ਼ਾਰਾਂ ਸਟੂਡੈਂਟਸ ਅਸੀਂ ਭੇਜਦੇ ਹੈਗੇ ਆ ਔਰ ਵਨ ਆਫ ਦਾ ਟੌਪ ਫਿਊ ਇਨ ਇੰਡੀਆ। ਆਪਣੀ ਬੜੀ ਅੱਛੀ ਪੋਜੀਸ਼ਨ ਔਰ ਪਰਸਨਲ ਕੇਅਰ ਦੇ ਨਾਲ ਮੈਂ ਸਾਰਾ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਸਟੂਡੈਂਟਸ ਦੀ ਪ੍ਰੋਫਾਈਲ ਨੂੰ ਚੈੱਕ ਕਰਨਾ, ਉਹਨਾਂ ਦੀ ਫਾਈਲਾਂ ਨੂੰ ਚੈੱਕ ਕਰਨਾ ਔਰ ਐਮਬੈਸੀ ਦੇ ਵਿੱਚ ਫਾਈਲਾਂ ਸਬਮਿਟ ਕਰਨੀਆਂ, ਸਾਰਾ ਇਹ ਇੰਨੇ ਐਕਸਪੀਰੀਅੰਸ ਦੇ ਨਾਲ ਮੈਂ ਇੱਕ ਗੱਲ ਦੇਖੀ ਹੈਗੀ ਹੈ ਕਿ ਇਹ ਇੱਕ ਰੁੱਖ ਜ਼ਰੂਰ ਹੁੰਦਾ ਹੈ ਕਿ ਕੋਈ ਟਾਈਮ ਇਹੋ ਜਿਹਾ ਹੁੰਦਾ ਹੈ ਕਿ ਹਵਾ ਦਾ ਰੁੱਖ ਹੁੰਦਾ ਹੈ ਕਿ ਜ਼ਿਆਦਾਤਰ ਵੀਜ਼ੇ ਔਰ ਕਈ ਵਾਰ ਹੁੰਦਾ ਜ਼ਿਆਦਾਤਰ ਰਿਫਿਊਜ਼ਲ ਦਾ ਮਤਲਬ ਵੀਜ਼ੇ ਬਹੁਤ ਘੱਟ, ਔਰ ਜਿਹੜੇ ਵੀਜ਼ੇ ਬਹੁਤ ਘੱਟ ਅਗਰ ਹੁੰਦੇ ਨੇ ਤੇ ਦੁਬਾਰਾ ਫਾਈਲਾਂ ਉਹਨਾਂ ਦੀ ਰੀਅਪਲਾਈ ਕਰਦੇ ਹੈਗੇ ਆ ਤੇ ਦੁਬਾਰਾ ਅਪਲਾਈ ਕਰਨ ਦੇ ਨਾਲ ਵੀਜ਼ੇ ਲੱਗ ਜਾਂਦੇ, ਕੋਈ ਗੱਲ ਨਹੀਂ। ਲੇਕਿਨ ਇਹ ਐਕਸੈਪਸ਼ਨਸ ਜ਼ਰੂਰ ਹੁੰਦੀਆਂ ਨੇ ਕਿ ਜਦੋਂ ਬਹੁਤ ਸਾਰੇ ਵੀਜ਼ੇ ਰਿਫਿਊਜ਼ ਹੁੰਦੇ ਨੇ, ਵਿੱਚ ਨੂੰ ਚੰਗੇ ਪ੍ਰੋਫਾਈਲ ਦੇ ਵੀ ਵੀਜ਼ੇ, ਵਿੱਚ ਨੂੰ ਮਾੜੇ ਪ੍ਰੋਫਾਈਲ ਦੇ ਵੀ ਵੀਜ਼ੇ ਆ ਜਾਂਦੇ। ਮਤਲਬ ਇਹ ਕਿ ਕਈ ਵਾਰੀ ਇਹ ਹੁੰਦਾ ਕਿ 70% ਵਾਲੇ ਦਾ ਰਿਫਿਊਜ਼ਲ ਹੋ ਜਾਂਦੀ ਹੈ, 55% ਵਾਲੇ ਦਾ ਵੀਜ਼ਾ ਆ ਜਾਂਦਾ। ਸੋ ਡਿਪੈਂਡ, ਕਿਉਂਕਿ ਅਲੱਗ-ਅਲੱਗ ਫਾਈਲਸ ਅਲੱਗ-ਅਲੱਗ ਵੀਜ਼ਾ ਆਫਿਸਰਸ ਕੋਲ ਹੁੰਦੀਆਂ ਨੇ ਚੈੱਕ ਕਰਨ ਵਾਸਤੇ। ਸੋ ਡਿਪੈਂਡਸ ਕਿ ਵੀਜ਼ਾ ਆਫਿਸਰ ਲੀਨੀਅੰਟ ਜਿਹੜਾ ਹੈ ਉਹ ਜਿਹੜਾ ਲੋ ਪ੍ਰੋਫਾਈਲ ਨੂੰ ਵੀ ਵੀਜ਼ਾ ਦੇ ਦਿੰਦਾ, ਸਟ੍ਰਿਕਟ ਜਿਹੜਾ ਹੈਗਾ ਉਹ ਕਿਸੇ ਛੋਟੀ ਜਿਹੀ ਗੱਲ ਤੇ, ਛੋਟੇ ਜਿਹੇ ਕਿਸੇ ਮਾਰਕਸ ਇੱਕ ਸਬਜੈਕਟ ਦੇ ਵਿੱਚ ਵੀ ਲੋ ਹੋਣ ਤੇ ਰਿਫਿਊਜ਼ ਕਰ ਦਿੰਦਾ ਹੈਗਾ। ਸੋ ਇਹ ਕਿਹਾ ਨਹੀਂ ਜਾ ਸਕਦਾ। ਸੋ ਵੀ ਸ਼ੁੱਡ ਆਲਵੇਜ਼ ਟੇਕ ਏ ਚਾਂਸ। ਦਾ ਮਤਲਬ ਇਹ ਹੈਗਾ ਕਿ ਡਰਨ ਦੀ ਜ਼ਰੂਰਤ ਨਹੀਂ ਹੈ, ਆਪਣਾ ਜ਼ਰੂਰ ਇੱਕ ਚੰਗਾ ਕੰਸਲਟੈਂਟ ਜ਼ਰੂਰ ਮੈਟਰ ਕਰਦਾ, ਕਿਉਂਕਿ ਵੀਜ਼ਾ ਲਗਾਉਣਾ ਨਾ ਲਗਾਉਣਾ ਇਹ ਤਾਂ ਅੰਬੈਸੀ ਦੇ ਉੱਪਰ ਡਿਪੈਂਡ ਕਰਦਾ, ਅੰਬੈਸੀ ਆਫਿਸਰ 'ਤੇ ਡਿਪੈਂਡ ਕਰਦਾ। ਔਰ ਬਹੁਤ ਸਾਰੇ ਬੇਅੰਤ ਵੀਜ਼ੇ ਜਿਹੜੇ ਅਸੀਂ ਮੋਸਟ ਜਿਹੜੇ ਕੇਸਿਸ ਦੇ ਲੈ ਲੈਂਦੇ ਹੈਗੇ ਆ, ਰਿਫਿਊਜ਼ਡ ਕੇਸਿਸ ਦੇ ਵੀਜ਼ੇ ਲੈਂਦੇ ਆ, ਕੋਸ਼ਿਸ਼ ਕਰਕੇ ਧਿਆਨ ਨਾਲ ਫਾਈਲਾਂ ਲਾ ਕੇ ਕਿਹੜਾ ਕੋਰਸ ਰੈਲੇਵੈਂਟ ਹੈਗਾ ਜਿਹੜਾ ਕਿ ਅੱਗੇ ਫਿਊਚਰ ਪ੍ਰੋਸਪੈਕਟਸ ਦੇ ਪਰਪਸ ਦੇ ਨਾਲ ਔਰ ਵੀਜ਼ਾ ਦੇ ਪਰਪਸ ਦੇ ਨਾਲ, ਔਰ ਬਾਕੀ ਜਿਹੜੀ ਕਿਹੜਾ ਉਹਨਾਂ ਦੇ ਮਾਰਕਸ ਜਿਹੜੇ ਪਹਿਲਾਂ ਕਿੰਨੇ ਸੀਗੇ ਉਸ ਦੇ ਆਧਾਰ 'ਤੇ ਬੜੇ ਸਾਰੇ ਕੋਰਸ ਉਸ ਤਰੀਕੇ ਨਾਲ ਚੁਣਨੇ ਪੈਂਦੇ ਨੇ। ਮੰਨ ਲਓ +2 ਨਾਨ ਮੈਡੀਕਲ ਹੈਗਾ, ਮੈਥਮੈਟਿਕਸ ਦੇ ਵਿੱਚ ਲੈਸ ਦੈਨ 50% ਮਾਰਕਸ ਨੇ ਤੇ ਉਹ ਕੋਰਸ ਲਈਏ ਜਿਸ ਦੇ ਵਿੱਚ ਮੈਥਮੈਟਿਕਸ ਦੀ ਰਿਕੁਆਇਰਮੈਂਟ ਨਹੀਂ ਹੈਗੀ। ਇਸੇ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ, ਔਰ ਗ੍ਰੈਜੂਏਟਸ ਜਿਹੜੇ ਨੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਹੀ ਜਾਣਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਅਸੀਂ ਦੇਖਣਾ ਹੁੰਦਾ। ਲੇਕਿਨ ਬੜੀ ਸਾਰੀ ਰਿਫਿਊਜ਼ਲਸ ਜਿਹੜੀ ਸਾਡੇ ਕੋਲ ਰਿਫਿਊਜ਼ਡ ਕੇਸਿਸ ਆਉਂਦੇ ਨੇ, ਕਈ ਵਾਰੀ ਗਲਤੀਆਂ ਹੁੰਦੀਆਂ ਨੇ, ਕਈ ਵਾਰੀ ਵੈਸੇ ਹੀ ਉਹੀ ਲੀਨੀਅੰਟ ਸਟ੍ਰਿਕਟ ਦਾ ਹੁੰਦਾ ਹੈ ਔਰ ਵੀਜ਼ੇ ਲੱਗ ਜਾਂਦੇ। ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਚਾਂਸ ਜ਼ਰੂਰ ਲੈਣਾ ਚਾਹੀਦਾ ਹੈ। ਲੇਕਿਨ ਇਸ ਵਕਤ ਨੂੰ ਦੇਖਦੇ ਹੋਏ ਜਿਹੜਾ ਜਿਸ ਤਰ੍ਹਾਂ 2020 ਦੇ ਵਿੱਚ ਬਹੁਤ ਹੀ ਘੱਟ ਗਏ ਨੇ ਸਟੂਡੈਂਟਸ ਔਰ ਇਮੀਗ੍ਰੈਂਟਸ, ਬੜੇ ਘੱਟ ਕੈਨੇਡਾ ਦੇ ਜਿਹੜੇ ਟਾਰਗੇਟ ਨਹੀਂ ਪੂਰੇ ਹੋਏ ਜੀ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਅੰਦਾਜ਼ਾ ਇਹ ਹੈਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਵੀਜ਼ੇ ਦਿੱਤੇ ਜਾਣਗੇ। ਇੱਕ ਪਰਟੀਕੁਲਰ ਟਾਈਮ 'ਤੇ ਕਈ ਵਾਰੀ ਕੋਈ ਰਿਫਿਊਜ਼ਲ ਜ਼ਿਆਦਾ ਆ ਜਾਂਦੀ ਹੈ, ਉਸ ਤੋਂ ਡਰਨ ਦੀ ਜ਼ਰੂਰਤ ਨਹੀਂ। ਔਰ ਪ੍ਰੋਫਾਈਲਸ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਵੀਜ਼ੇ ਦੇਣੇ ਆ, ਕਈ ਵਾਰੀ 5 ਸਾਲ ਦੇ ਗੈਪ ਦਾ ਉਹੀ ਹੈ ਕਿ ਰਿਫਿਊਜ਼ਲ ਆ ਜਾਂਦੀ ਹੈ, 8 ਸਾਲ ਦੇ ਗੈਪ ਦਾ ਵੀਜ਼ਾ ਆ ਜਾਂਦਾ। ਸੋ ਉਸ ਨੂੰ ਬਿਨਾਂ ਚਿੰਤਾ ਕੀਤੇ ਤੁਸੀਂ ਆਪਣਾ ਇੱਕ ਚੰਗਾ ਕੰਸਲਟੈਂਟ ਚੁਣ ਕੇ ਡੈਫੀਨੇਟਲੀ ਜਿਹੜਾ ਹੈ ਅੱਗੇ ਵਧਣਾ ਚਾਹੀਦਾ ਹੈਗਾ। ਕਿਉਂਕਿ ਦੇਖੋ ਗੱਲਾਂ ਦੋ ਹੀ ਨੇ ਕਿ ਇੱਕ ਤਾਂ ਦੇਖਿਆ ਜਾਵੇ ਤਾਂ ਜਿਹੜਾ ਬੜੀ ਸਾਰੀ ਕਾਲਸ, ਬੜੀ ਸਾਰੀ ਕੁਐਰੀਜ਼ ਸਾਡੇ ਕੋਲ ਆਉਂਦੀਆਂ ਨੇ, ਬੜੀ ਅੱਛੀ ਗਾਈਡੈਂਸ ਦਾ ਪੁਆਇੰਟ ਹੈ ਇਹ
ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ PR ਹੁੰਦੀ ਹੈ ਮਿਨੀਮਮ ਘੱਟੋ ਘੱਟ ਜਿਹੜੀ ਆ ਮਾਸਟਰਸ ਕੀਤੀ ਹੋਵੇ, 3 ਸਾਲ ਦਾ ਐਕਸਪੀਰੀਅੰਸ ਹੋਵੇ ਔਰ ਲੈਸ ਦੈਨ 30 ਪੁਆਇੰਟ ਟੂ ਬੀ ਨੋਟਡ, ਲੈਸ ਦੈਨ 30 ਇਅਰਸ ਦੀ ਏਜ ਹੋਵੇ। 3 ਪੁਆਇੰਟ ਹੋ ਗਏ। ਚੌਥਾ ਜਿਹੜਾ ਹੈਗਾ 8777 ਬੈਂਡਸ, ਲਿਸਨਿੰਗ ਦੇ ਵਿੱਚ 8, ਬਾਕੀ ਤਿੰਨਾਂ ਦੇ ਵਿੱਚ ਜਿਹੜਾ ਹੈ ਰੀਡਿੰਗ ਰਾਈਟਿੰਗ ਸਪੀਕਿੰਗ ਦੇ ਵਿੱਚ 7 ਈਚ ਹੋਣੇ ਚਾਹੀਦੇ ਨੇ। ਓਕੇ, ਫਿਰ ਜਾ ਕੇ ਐਕਸਪ੍ਰੈਸ ਐਂਟਰੀ ਦਾ ਵਿੱਚ ਤੁਸੀਂ ਫਾਲ ਕਰਦੇ ਹੁੰਦਾ। ਔਰ ਬੜੇ ਸਾਰੇ ਮੇਰੇ ਕੋਲ ਇਹੋ ਜਿਹੇ ਫੋਨ ਆਉਂਦੇ ਨੇ ਕਿ ਜੀ ਮਤਲਬ 6.5 ਬੈਂਡ ਨੇ, ਫਲਾਣਾ ਕੰਸਲਟੈਂਟ ਕਹਿੰਦਾ PR ਕਰਾ ਦਿੰਦੇ ਤੁਹਾਡੀ ਐਕਸਪ੍ਰੈਸ ਐਂਟਰੀ 'ਚ। ਉਸ ਦੇ ਨਾਲ ਕੀ ਹੈਗਾ ਕਿ ਇਹ ਦੇਖੋ ਜਸਟ ਲਾਈਕ ਕਿ ਮੈਡੀਕਲ, ਜੇ ਮੰਨ ਲਓ +2 ਮੈਡੀਕਲ ਕੀਤਾ ਬੱਚੇ ਨੇ ਤੇ ਇੰਡੀਆ ਦੇ ਵਿੱਚ ਮੰਨ ਲਓ ਇਹ ਕਿਹਾ ਜਾਂਦਾ ਹੈ ਕਿ ਜੀ MBBS ਵਿੱਚ ਐਡਮਿਸ਼ਨ ਵਾਸਤੇ 60% ਐਲੀਜੀਬਿਲਿਟੀ ਹੈ। ਮੰਨ ਲਓ ਫੋਰ ਐਗਜ਼ਾਮਪਲ ਕਿ ਉਹ 60% ਤੋਂ ਘੱਟ ਤਾਂ ਸਵਾਲ ਹੀ ਨਹੀਂ, ਹੋਣਾ ਨਹੀਂ ਚਾਹੀਦਾ, ਐਲੀਜੀਬਿਲਿਟੀ ਨਹੀਂ ਬਣਦੀ। ਲੇਕਿਨ 65% ਵਾਲੇ ਦੀ ਵੀ ਐਡਮਿਸ਼ਨ ਨਹੀਂ ਹੋਣੀ ਕਿਉਂਕਿ ਕੱਟ ਆਫ ਜਿਹੜੀ ਜਾਣੀ ਹੈ ਉਹ ਜਾਣੀ ਹੈ 87%। ਟੌਪ 200-300 ਸੀਟਾਂ ਨੇ, ਟੌਪ ਤਾਂ ਉਹ ਟੌਪਰਸ ਨੇ ਲੈਣੀਆਂ, 87% ਜਾਣੀ ਹੈ। 75 ਵੀ ਮੇਰੇ ਕੋਲ ਆਉਂਦਾ ਤੇ ਮੈਨੂੰ ਪਤਾ ਹੈ ਕਿ ਉਹ ਕੱਟ ਆਫ ਤੇ 87 ਤੇ ਜਾਣੀ, ਐਲੀਜੀਬਿਲਿਟੀ 60% ਕਾਗਜ਼ਾਂ 'ਚ ਲਿਖੀ ਆ, ਉਸ ਦਾ ਕੀ ਕਰਨਾ ਸੀ? ਉਹ 75% ਵਾਲੇ ਨੂੰ ਅਸੀਂ ਰਿਫਿਊਜ਼ ਕਰ ਦਾਂਗੇ, ਤੁਹਾਡੀ ਨਹੀਂ ਹੋਣੀ ਐਡਮਿਸ਼ਨ। ਲੇਕਿਨ ਉਹੀ ਕਿ 20-50 ਹਜ਼ਾਰ ਲੱਖ ਰੁਪਏ ਲੈ ਕੇ ਉਹੀ ਜਿਹੜਾ ਗੁੰਮਰਾਹ ਕਰਨ ਵਾਲੇ, ਮਿਸਗਾਈਡ ਕਰਨ ਵਾਲੇ ਕੰਸਲਟੈਂਟ ਜਿਹੜੇ ਨੇ, ਅਨਫੋਰਚੂਨੇਟਲੀ ਹੈਗਾ ਕਿ ਇਹੋ ਜਿਹੇ ਕੰਸਲਟੈਂਟ ਫਿਰ ਉਹ ਤੁਹਾਨੂੰ ਕਹਿ ਦੇਣਗੇ ਜੀ ਤੁਹਾਡਾ ਹੋ ਜਾਏਗਾ ਐਕਸਪ੍ਰੈਸ ਐਂਟਰੀ 'ਚ ਲਿਆਓ, ਅਸੀਂ ਮਿਨੀਮਮ ਐਲੀਜੀਬਿਲਿਟੀ 60% ਅੱਛਾ, ਫਰਾਡਨੈਸ ਬਹੁਤ ਜ਼ਿਆਦਾ ਹੈਗੀ ਹੈ। ਫਿਰ ਚਾਹੇ ਉਹ ਫੀਸਾਂ ਦੇ ਨਾਂ ਤੇ ਹੈ, ਤੁਸੀਂ GIC ਓਪਨ ਕਰਾਉਣਾ ਜੀ ਅਸੀਂ ਕਰਾ ਦੇਵਾਂਗੇ ਤੁਹਾਨੂੰ, ਕਾਲਜ ਜਿਹੜਾ ਉਹ ਗਲਤ ਜਾਂ ਫਿਰ DLI ਨੰਬਰ ਜਿਹੜਾ ਹੈਗਾ ਕਿ ਜ਼ਰੂਰੀ ਹੈ ਵੀ ਹਾਂਜੀ ਜਿਹੜਾ ਸਾਨੂੰ ਦਿੱਤਾ ਜਾ ਰਿਹਾ ਉਹਦਾ ਤੁਹਾਨੂੰ ਕੱਲ ਨੂੰ ਵਰਕ ਪਰਮਿਟ ਦੇ ਵਿੱਚ ਮਦਦ ਹੋਏਗੀ। ਬਿਲਕੁਲ, ਦੇਖੋ ਉਹੀ ਹੈ ਕਿ ਜਿਹੜਾ ਤੁਹਾਨੂੰ ਇੱਕ ਕਦਮ ਤੇ ਦੇਖੋ ਕਵਿਤਾ ਜੀ, ਮੇਰੀ ਵੀ ਹੁਣ ਜਿਹੜੇ ਇੰਨੀ ਲਾਈਫ ਦੇ ਐਕਸਪੀਰੀਅੰਸ ਦੇ ਨਾਲ ਮੈਂ ਇਹ ਦੇਖਿਆ ਹੈ ਕਿ ਓਨੈਸਟੀ ਔਰ ਕੇਅਰ ਮਿਲਣਾ ਜਿਹੜਾ ਹੈ ਬਹੁਤ ਹੀ ਲੱਕ ਦੀ ਗੱਲ ਹੈਗੀ ਹੈ। ਜਿਸ ਤਰ੍ਹਾਂ ਕਹਿੰਦੇ ਕਿ ਲਾਟਰੀ ਸਿਰਫ ਪੈਸਿਆਂ ਦੀ ਨਹੀਂ ਹੁੰਦੀ, ਚੰਗੇ ਬੰਦੇ ਦਾ ਮਿਲਣਾ ਵੀ ਇੱਕ ਲਾਟਰੀ ਵਾਲੀ ਗੱਲ ਹੁੰਦੀ ਹੈ। ਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਨਾਲ ਹੁਣ ਤੁਸੀਂ ਥੋੜਾ ਜਿਹਾ ਤੁਸੀਂ ਜਿੱਦਾਂ ਆਪਾਂ ਸ਼ੋਅ ਤੇ ਗੱਲ ਕਰਦੇ ICCRC ਮੈਂਬਰ ਲੀਗਲੀ ਆਥੋਰਾਈਜ਼ ਹੁੰਦੇ ਨੇ, ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਦੇਖੋ ਤੇ ਆਪਾਂ ਇਹ ਜਨਰਲ ਗੱਲਾਂ, ਬੜੀ ਸਾਰੀ ਗਾਈਡੈਂਸ ਵਾਲੀਆਂ ਗੱਲਾਂ ਕਰਦੇ ਹਾਂ ਤਾਂ ਕਿ ਸਟੂਡੈਂਟਸ ਨੂੰ ਵਿਚਾਰਿਆਂ ਨੂੰ ਜਾਂ ਹੋਰ ਕਿਸੇ ਕੈਟੇਗਰੀ ਦੇ ਲੋਕਾਂ ਨੂੰ ਗੁੰਮਰਾਹ ਨਾ ਹੋਣ ਔਰ ਠੱਗੀ ਦਾ ਸ਼ਿਕਾਰ ਨਾ ਹੋਣ। ਲੇਕਿਨ ਅਗੇਨ ਕਿ ਇੱਕ ਚੰਗਾ ਕੰਸਲਟੈਂਟ ਜਿਹੜਾ ਰਾਹ ਦਿਖਾ ਦੇਵੇ ਸਹੀ ਤਰੀਕੇ ਨਾਲ, ਓਨੈਸਟੀ ਹੋਵੇ, ਕੋਈ ਠੱਗੀ ਨਾ ਹੋਵੇ, ਗੜਬੜ ਨਾ ਹੋਵੇ, ਮਿਸਗਾਈਡੈਂਸ ਨਾ ਹੋਵੇ, ਇਹ ਵੀ ਲਾਟਰੀ ਵਾਲੀ ਗੱਲ ਹੈਗੀ ਹੈ। ਲੇਕਿਨ ਜਿਹੜੇ ਕਲਾਇੰਟਸ ਨੇ, ਜਿਹੜੇ ਵੀਜ਼ਾ ਵਾਲੇ ਜਿਹੜੇ ਪਰਸਨਸ ਨੇ, ਇਹਨਾਂ ਨੂੰ ਵੀ ਬੜੇ ਖਿਆਲ ਦੀ ਜ਼ਰੂਰਤ ਹੈਗੀ ਹੈ। ਔਰ ਮੈਂ ਜ਼ਰੂਰ ਕੁਝ ਟਿਪਸ ਦੇਣਾ ਚਾਹੁੰਦਾ ਹੈਗਾ ਕਿ ਕੰਸਲਟੈਂਟ ਦਾ ਧਿਆਨ ਨਾਲ ਚੁਣਨਾ ਹੀ ਹੈਗਾ, ਨਾਲ ਹੋਰ ਵੀ ਥੋੜ੍ਹੇ ਜਿਹੇ ਚੀਜ਼ਾਂ ਦਾ ਖਿਆਲ ਰੱਖਣ ਤਾਂ ਕਿ ਠੱਗੀ ਤੋਂ ਬਚਿਆ ਜਾਵੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਗ੍ਹਾ ਤੇ ਹੈਗੀ ਹੈ। ਇੱਕ ਤਾਂ ਕਾਲਜ ਦੀ ਗੱਲ ਕਰਾਂਗੇ ਡਿਟੇਲ ਦੇ ਵਿੱਚ, DLI ਵਾਲੇ ਜਿਹੜੇ ਸਾਰੇ ਕਾਲਜਿਸ ਨਹੀਂ ਹੁੰਦੇ, ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਆਥੋਰਾਈਜ਼ਡ ਨਹੀਂ ਹੁੰਦੇ, ਉਹਨਾਂ ਨੂੰ ਧਿਆਨ ਦੀ ਜ਼ਰੂਰਤ ਹੈਗੀ ਹੈ ਕਿ ਕਿਸ ਤਰ੍ਹਾਂ ਧਿਆਨ ਦੇਣਾ ਹੈਗਾ। ਨਾਲ ਕਿਸੇ ਵੀ ਕੰਸਲਟੈਂਟ ਨੂੰ ਚੈੱਕ, ਕੈਸ਼ ਜਾਂ ਬੈਂਕ ਡਰਾਫਟ ਰਾਹੀਂ ਕੰਪਨੀ ਦੇ ਨਾਮ ਤੇ ਜਾਂ ਕੰਪਨੀ ਨੂੰ ਟ੍ਰਾਂਸਫਰ ਨਹੀਂ ਕਰਨੇ, ਕੈਸ਼ ਨਹੀਂ ਦੇਣੇ। ਕਾਲਜ ਵਿੱਚ ਜਿਹੜੀ ਫੀਸ ਜਮ੍ਹਾਂ ਕਰਾਉਣੀ ਹੈ ਜਾਂ GIC ਦੇ ਜਿਹੜੇ ਪੈਸੇ ਕੈਨੇਡੀਅਨ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਉਹ ਤੁਹਾਡੇ ਆਪਣੇ ਅਕਾਊਂਟ ਤੋਂ ਸਿੱਧੇ ਕੈਨੇਡੀਅਨ ਬੈਂਕ ਦੇ ਵਿੱਚ ਜਾਣੇ ਚਾਹੀਦੇ ਹੈਗੇ। ਇਸ ਚੀਜ਼ ਦਾ ਖਿਆਲ ਰੱਖਣਾ ਹੈਗਾ। ਹੋਰ ਤੁਹਾਡਾ ਕਿਹੜੇ ਕਾਲਜ ਦੇ ਵਿੱਚ ਤੁਸੀਂ ਕੋਰਸ ਚੂਜ਼ ਕੀਤਾ ਹੈ, ਕਿਹੜਾ ਉਸ ਦਾ ਕੈਂਪਸ ਹੈਗਾ, ਉਸ ਤੁਹਾਡਾ ਪ੍ਰੋਗਰਾਮ ਕੋਰਸ ਕਿਹੜਾ ਹੈਗਾ, ਉਸ ਦੀ ਡਿਊਰੇਸ਼ਨ ਕਿੰਨੀ ਹੈਗੀ ਹੈ, ਉਸ ਦੀ ਫੀਸ ਕਿੰਨੀ ਹੈਗੀ ਹੈ, ਔਰ ਕੋਪ ਹੈਗਾ ਕਿ ਨਹੀਂ ਹੈਗਾ, ਇਹ ਸਾਰੀ ਡਿਟੇਲਸ ਜਿਹੜੀਆਂ ਨੇ ਨਾ ਤੁਹਾਨੂੰ ਆਪ ਨੂੰ ਚੈੱਕ ਕਰ ਲੈਣੀਆਂ ਚਾਹੀਦੀਆਂ। ਸਟੂਡੈਂਟ ਆਪ ਐਕਟਿਵ ਹੋਣ, ਧਿਆਨ ਦੇਣ, ਟਾਈਮ ਲਾਉਣ। ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਹਰ ਚੀਜ਼ ਇੰਟਰਨੈਟ ਤੇ ਮਿਲ ਜਾਂਦੀ ਹੈ। ਗੂਗਲ ਤੇ ਤੁਸੀਂ ਕਾਲਜ ਦਾ ਨਾਮ ਲਿਖੋ, ਕੋਰਸ ਦਾ ਨਾਮ ਲਿਖੋ, ਸਾਰੀ ਡਿਟੇਲ ਆ ਜਾਏਗੀ। ਔਰ ਉਸ ਦੇ ਇਲਾਵਾ ਉਹਦੀ ਫੀਸ ਕਿੰਨੀ ਹੈਗੀ ਹੈ ਔਰ ਸਾਰੀ ਡਿਟੇਲਸ, ਕੋਰਸ ਕੰਟੈਂਟ ਕਿਹੜੇ ਉੱਥੇ ਜਾ ਕੇ ਉਹ ਤੁਸੀਂ ਜਿਹੜਾ ਕੋਰਸ ਚੂਜ਼ ਕੀਤਾ ਹੈ ਉਸ ਦੇ ਵਿੱਚ ਉੱਥੇ ਜਾ ਕੇ ਕੀ ਕੋਰਸ ਸਬਜੈਕਟਸ ਜਿਹੜੇ ਪੜ੍ਹਾਏ ਜਾਣਗੇ, ਤੁਹਾਡਾ ਇੰਟਰਸਟ ਉਹਨਾਂ ਵਿੱਚ ਹੈਗਾ ਕਿ ਨਹੀਂ ਹੈਗਾ। ਆਫ ਕੋਰਸ ਕਈ ਵਾਰੀ ਇੰਟਰਸਟ ਤੋਂ ਬਗੈਰ ਵੀ ਸਾਨੂੰ ਕੋਰਸ ਚੂਜ਼ ਕਰਨੇ ਪੈਂਦੇ ਵੀਜ਼ਾ ਦੇ ਚਾਂਸਿਸ ਨੂੰ ਧਿਆਨ 'ਚ ਰੱਖਦੇ ਹੋਏ। ਲੇਕਿਨ ਤੁਹਾਨੂੰ ਪਤਾ ਲੱਗ ਜਾਂਦਾ ਕਿ ਉੱਥੇ ਜਾ ਕੇ ਕੀ ਪੜ੍ਹੋਗੇ। ਕਈ ਵਾਰੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਜਿਹੜੀ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਪੜ੍ਹ ਹੀ ਨਹੀਂ ਪਾਓਗੇ। ਸੋ ਉਹ ਬੜੀ ਸਾਰੀ ਚੀਜ਼ਾਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈਗਾ। ਔਰ ਆਪਣਾ ਫਰਾਡ ਤੋਂ ਔਰ ਕੋਈ ਵੀ ਤੁਹਾਨੂੰ ਸ਼ੱਕ ਵਹਿਮ ਹੋਵੇ ਕਿ ਇਹ ਚੀਜ਼ ਗਲਤ ਲੱਗਦੀ ਹੈ। ਔਰ ਜਿਸ ਤਰ੍ਹਾਂ ਮੈਂ ਗੱਲ ਕੀਤੀ DLI ਦੀ, ਤੇ ਬੜੇ ਸਾਰੇ ਸਟੂਡੈਂਟਸ ਨੂੰ ਇਹੋ ਜਿਹੇ ਕਾਲਜਿਸ ਸੁਜੈਸਟ ਕਰ ਦਿੱਤੇ ਜਾਂਦੇ ਨੇ ਕਿ
ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਆਥੋਰਾਈਜ਼ਡ ਨਹੀਂ ਹੁੰਦਾ ਉੱਥੇ ਜਾ ਕੇ ਪੜ੍ਹ ਕੇ, ਔਰ ਉਹ ਪੁੱਛਦੇ ਨੇ ਕਿ ਜੀ ਇਸ ਦੇ ਵਿੱਚ ਵਰਕ ਪਰਮਿਟ ਹੁੰਦਾ, ਤੇ ਉਹ ਕਹਿ ਦਿੰਦੇ ਹਾਂ ਜੀ ਇਹ DLI ਕਾਲਜ ਹੈਗਾ। ਸੋ ਐਕਚੁਅਲੀ ਕਿਹੜੇ ਆ DLI ਕਾਲਜਿਸ ਦਾ ਮਤਲਬ ਸਿਰਫ ਇੰਨਾ ਹੈ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਕਸੈਪਟ ਕਰ ਸਕਦੇ, ਲੈ ਸਕਦੇ ਆ। ਸਾਰੇ DLI ਕਾਲਜਿਸ ਨੂੰ ਵਰਕ ਪਰਮਿਟ ਦੀ ਅਥਾਰਟੀ ਨਹੀਂ ਹੁੰਦੀ ਜੀ। ਸੋ ਸਮਝ ਲਓ ਕਿ 10 ਵਿੱਚੋਂ 5-6 ਨੂੰ ਹੁੰਦੀ ਹੈ, ਬਹੁਤ ਸਾਰਿਆਂ ਨੂੰ ਨਹੀਂ ਹੁੰਦੀ। ਔਰ ਕਿਵੇਂ ਚੈੱਕ ਕਰਨਾ ਹੈ, ਬੜਾ ਈਜ਼ੀ ਹੈਗਾ। ਕੈਨੇਡਾ ਅੰਬੈਸੀ ਦੀ ਵੈਬਸਾਈਟ ਤੇ ਸਾਰੀ ਡਿਟੇਲ ਦਿੱਤੀ ਹੋਈ ਹੈ। ਗੂਗਲ ਦੇ ਉੱਪਰ ਲਿਖਣਾ ਹੈ DLI ਲਿਸਟ ਕੈਨੇਡਾ, ਇਹ ਵਰਡ ਲਿਖ ਕੇ ਤੁਸੀਂ ਸਰਚ ਕਰੋਗੇ ਤੇ ਗੂਗਲ ਜਿਹੜਾ ਹੈ ਆਪਾਂ ਨੂੰ ਲੈ ਜਾਏਗਾ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਉਸ ਪੇਜ ਤੇ ਜਿੱਥੇ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਲੈਫਟ ਸਾਈਡ ਤੇ ਪਹਿਲਾਂ ਇੱਕ ਬਾਕਸ ਆਏਗਾ ਜਿਸ ਦੇ ਵਿੱਚ ਆਪਾਂ ਪ੍ਰੋਵਿੰਸ ਚੂਜ਼ ਕਰਨੀ ਹੈਗੀ ਹੈ। ਓਨਟਾਰੀਓ ਹੈਗੀ ਹੈ, ਬ੍ਰਿਟਿਸ਼ ਕੋਲੰਬੀਆ ਜਾਂ ਹੋਰ ਜਿਹੜੀ ਮੈਨੀਟੋਬਾ ਹੈਗੀ ਹੈ, ਸਸਕੈਚੁਅਨ ਹੈਗੀ ਹੈ, ਅਲਬਰਟਾ ਹੈਗੀ ਹੈ। ਜਿਸ ਪ੍ਰੋਵਿੰਸ ਦੇ ਵਿੱਚ ਵੀ ਤੁਹਾਡਾ ਕਾਲਜ ਹੈਗਾ ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਸ ਦੇ ਵਿੱਚ ਵਰਕ ਪਰਮਿਟ ਹੈ ਜਾਂ ਨਹੀਂ, ਉਹ ਪ੍ਰੋਵਿੰਸ ਚੂਜ਼ ਕਰਨੀ ਹੈ। ਠੀਕ ਹੈ, ਤੇ ਉਸ ਪ੍ਰੋਵਿੰਸ ਦੇ ਸਾਰੇ ਕਾਲਜਿਸ ਦੀ ਲਿਸਟ ਆ ਜਾਏਗੀ। ਲੇਕਿਨ ਤੁਸੀਂ ਇੱਕ ਪਰਟੀਕੂਲਰ ਕਾਲਜ ਨੂੰ ਦੇਖਣਾ ਚਾਹੁੰਦੇ ਹੈਗੇ ਹੋ ਤੇ ਉਸ ਕਾਲਜ ਦਾ ਨਾਮ ਲਿਖ ਦੇਣਾ। ਇੱਕ ਉੱਥੇ ਸਰਚ ਬਾਕਸ ਹੈਗਾ ਉੱਥੇ, ਤੇ ਉਸ ਦੇ ਨਾਲ ਉਸ ਇਕੱਲੇ ਕਾਲਜ ਦਾ ਨਾਮ ਆ ਜਾਏਗਾ। ਔਰ ਅੱਗੇ ਲਿਸਟ ਦੇ ਵਿੱਚ ਰਾਈਟ ਸਾਈਡ ਤੇ ਬਿਲਕੁਲ ਇਹ ਹੋਏਗਾ ਕਿ ਯੈਸ ਕਿ ਨੋ ਲਿਖਿਆ ਹੋਏਗਾ। ਵਰਕ ਲਿਖਿਆ ਵਰਕ ਪਰਮਿਟ ਅਲਾਉਡ ਹੈਗਾ, ਅਥੋਰਾਈਜ਼ਡ ਹੈਗਾ, ਤੇ ਯੈਸ ਨਹੀਂ ਹੈਗਾ ਤੇ ਨੋ ਲਿਖਿਆ ਹੋਏਗਾ। ਔਰ ਕੋਈ ਕੰਸਲਟੈਂਟ ਕੁਝ ਵੀ ਕਹਿੰਦਾ ਰਹੇ, ਇਹ ਜਿਹੜੀ ਲਿਸਟ ਜਿਹੜੀ ਹੈ ਬੜੀ ਕੀਮਤੀ ਜ਼ਰੂਰੀ ਹੈਗੀ, ਜ਼ਰੂਰ ਦੇਖਣੀ ਹੈਗੀ, ਧਿਆਨ ਦੇਣਾ ਹੈਗਾ। ਅਗਰ ਕੁਝ ਕਾਲਜਿਸ ਨੇ ਜਿਨ੍ਹਾਂ 'ਚ ਕੁਝ ਕੋਰਸਿਸ ਦੇ ਜਿਹੜੇ ਅਲਾਉਡ ਹੈਗੇ ਨੇ ਵਰਕ ਪਰਮਿਟ, ਕੁਝ ਵਿੱਚ ਨਹੀਂ, ਉਹਨਾਂ ਦੇ ਵਿੱਚ ਯੈਸ ਲਿਖ ਕੇ ਨਾਲ ਡਿਟੇਲ ਲਿਖੀ ਹੋਈ ਹੈ। ਡਿਟੇਲ ਤੇ ਕਲਿੱਕ ਕਰਾਂਗੇ, ਉਹਨਾਂ ਨੇ ਲਿਖਿਆ ਕਿ ਕਿਹੜੇ ਕੋਰਸਿਸ ਦੇ ਵਿੱਚ, ਕਿਹੜੇ ਪ੍ਰੋਗਰਾਮਸ ਦੇ ਵਿੱਚ ਵਰਕ ਪਰਮਿਟ ਅਲਾਉਡ ਹੈ, ਕਿਹੜੇ ਵਿੱਚ ਨਹੀਂ ਹੈਗਾ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਧਿਆਨ ਦੇ ਕੇ ਆਪਣੇ ਆਪ ਨੂੰ ਸੇਵ ਕਰਕੇ ਖਿਆਲ ਕਰਕੇ ਚੱਲਣਾ ਹੈ। ਕਿਉਂਕਿ ਦੇਖੋ ਇੱਕ ਚੀਜ਼ ਹੁੰਦੀ ਹੈ ਕਿ ਇਹ ਕਵਿਤਾ ਜੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ, ਇਹ ਇਹਨਾਂ ਦਾ ਜਿਹੜਾ ਜਦੋਂ ਵੀਜ਼ਾ ਲੱਗ ਗਿਆ ਜੀ ਤੇ ਜਦੋਂ ਕਾਲਜ ਨੂੰ ਫੀਸ ਭਰ ਦਿੱਤੀ, ਉਸ ਤੋਂ ਬਾਅਦ ਇਹਨਾਂ ਦੇ ਜਿਹਨੂੰ ਕਹਿੰਦੇ ਟੰਗ ਫਸਣ ਵਾਲਾ ਕੰਮ ਹੋ ਗਿਆ। ਉਸ ਤੋਂ ਬਾਅਦ ਟੰਗ ਨਹੀਂ ਕੱਢ ਸਕਦੇ, ਉਹ ਫਸ ਗਈ ਦਾ ਮਤਲਬ ਇਹ ਕਿ ਤੁਸੀਂ ਅੱਗੇ ਉਹ ਵੀਜ਼ਾ ਲੱਗੂਗਾ। ਠੀਕ ਹੈ, ਔਰ ਵੀਜ਼ਾ ਪਹਿਲਾਂ ਤਾਂ ਰਿਫਿਊਜ਼ਲ ਦੇ ਚਾਂਸ ਹੋਣਗੇ, ਗਲਤ ਕਾਲਜ 'ਚ ਜਾਵਾਂਗੇ ਤਾਂ। ਠੀਕ ਹੈ, ਔਰ ਮੰਨ ਲਓ ਵੀਜ਼ਾ ਲੱਗ ਗਿਆ ਤੇ ਫਿਰ ਉਹਨਾਂ ਕਾਲਜਿਸ ਨੇ ਇਹਨਾਂ ਦੀ ਫੀਸ ਰਿਫੰਡ ਨਹੀਂ ਕਰਨੀ ਜੇ ਇਹਨਾਂ ਨੂੰ ਬਾਅਦ ਪਤਾ ਲੱਗਿਆ ਕਿ ਇੱਥੇ ਪੜ੍ਹ ਕੇ ਵਰਕ ਪਰਮਿਟ ਨਹੀਂ ਹੈਗਾ। ਔਰ ਉੱਥੇ ਜਾ ਕੇ ਕਾਲਜ ਚੇਂਜ ਕਰਨਾ, ਕੋਈ ਵੀ ਕੰਸਲਟੈਂਟ ਕਹਿ ਦਿੰਦਾ ਜੀ ਕਾਲਜ ਚੇਂਜ ਕਰਾ ਦੇਂਗੇ, ਆ ਕਰਾ ਦੇਂਗੇ, ਉਹ ਕਰਾ ਦੇਂਗੇ, ਉਹ ਸਾਰਾ ਫਸਾਉਣ ਵਾਲਾ ਕੰਮ ਹੈਗਾ। ਔਰ ਉੱਥੇ ਤੁਸੀਂ ਜਿਹੜਾ ਹੈਗਾ ਇੱਕ ਸਮੈਸਟਰ ਦੀ ਤਕਰੀਬਨ ਕੋਈ 4-5 ਲੱਖ ਰੁਪਏ ਦੇ ਕਰੀਬ ਘੱਟੋ ਘੱਟ ਫੀਸ ਜੇ ਮਰ ਗਈ ਤੇ ਇਟਸ ਅ ਬਿਗ ਅਮਾਊਂਟ, ਔਰ ਟਾਈਮ ਵੀ ਵੇਸਟ, ਔਰ ਕਈ ਤਰ੍ਹਾਂ ਦੀ ਪ੍ਰੋਬਲਮਸ। ਔਰ ਇਹ ਸਾਰਾ ਜਿਹੜਾ ਆਪਣਾ ਉੱਥੇ ਜਾ ਕੇ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਹੈਗਾ। ਔਰ ਉਸ ਕਾਲਜ ਵਾਸਤੇ ਹੀ ਆਫ ਕੋਰਸ ਮੈਂ ਇਹ ਸਮਝਦਾ ਕਿ ਗੁੰਮਰਾਹ ਜਦੋਂ ਕਰ ਦਿੱਤਾ ਜਾਂਦਾ ਤੇ ਸਟੂਡੈਂਟ ਬੇਸ਼ੱਕ ਕਿਤੇ ਫਸ ਜਾਣ, ਗੱਲਾਂ 'ਚ ਆ ਜਾਣ। ਅਦਰਵਾਈਜ਼ ਸਾਰੇ ਸਟੂਡੈਂਟਸ PR ਲੈਣ ਵਾਸਤੇ, ਕੋਈ ਵੀ ਸਟੂਡੈਂਟ ਇੱਥੋਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਜਾਂ ਕਿਸੇ ਕੰਟਰੀ ਦੇ ਵਿੱਚ ਇਕੱਲੇ ਪੜ੍ਹਨ ਵਾਸਤੇ ਨਹੀਂ ਜਾਂਦਾ ਕਿ ਪੜ੍ਹ ਕੇ ਵਾਪਸ ਆਉਣਾ। ਹਰ ਸਟੂਡੈਂਟ ਦਾ ਹੁੰਦਾ ਹੈ ਔਰ ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਲੱਭਦੇ ਨੇ ਬਥੇਰੇ ਬਿਲਕੁਲ। ਔਰ ਕਈ ਵਾਰੀ ਮੇਰੇ ਕੋਲ ਇਹ ਕੁਝ ਮੈਨੂੰ ਯਾਦ ਆ ਰਹੀ ਹੈ ਕਿ ਕੁਝ ਨੇ ਕਿਹਾ ਸੀ ਕਿ ਜੀ ਅਸੀਂ USA ਜਾਣਾ ਹੈ, ਉੱਥੇ ਅਸੀਂ ਸਿਰਫ ਪੜ੍ਹਨ ਜਾਣਾ ਹੈ। ਬਾਅਦ ਦੇ ਵਿੱਚ ਉੱਥੇ ਜਾ ਕੇ ਫਿਰ ਬੰਦਾ ਉੱਥੇ ਦੇ ਮਾਹੌਲ ਨੂੰ ਦੇਖਦੇ ਹੋਏ ਜਾਂ ਸੈਟਿੰਗ ਹੋ ਗਈ ਜਾਂ ਕੁਝ ਇੰਟਰਸਟ ਉੱਥੇ ਹੋ ਗਿਆ ਤੇ ਬਾਅਦ ਦੇ ਵਿੱਚ ਫਿਰ ਬੰਦਾ ਰੁਕਣਾ ਚਾਹੁੰਦਾ ਹੈਗਾ ਔਰ ਉੱਥੇ ਰੁਕਣ ਦੀ ਪਾਲਿਸੀ ਨਹੀਂ ਹੈਗੀ, ਜਾਂ ਉਹ ਉਹੀ ਕਿ ਗਲਤ ਤਰੀਕੇ ਨਾਲ ਚਲੇ ਗਏ ਔਰ ਉਹੀ ਜਿਹੜੇ ਕਾਲਜਿਸ ਵਰਕ ਪਰਮਿਟ ਨਹੀਂ ਹੈਗਾ ਔਰ ਉਹ ਫਿਰ ਰੁਕਣ ਦੇ ਚਾਂਸ ਨਹੀਂ ਹੋਣਗੇ ਤਾਂ ਫਿਰ ਬੰਦੇ ਨੂੰ ਪਛਤਾਉਣ ਵਾਲੀ ਗੱਲ ਹੁੰਦੀ ਹੈ। ਟੇਕ ਸਪੈਸ਼ਲ ਕੇਅਰ ਜੀ। ਸੋ ਫਿਲਹਾਲ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਡਾਕਟਰ ਰਵੀ ਗਰਗ ICCRC ਮੈਂਬਰ ਹੈਗੇ ਨੇ ਤੇ ਅੱਛਾ VFS ਪਿਛਲੇ ਹਫਤੇ ਜਿਹੜੇ ਹੈਗੇ ਸ਼ੁਰੂ ਹੋ ਚੁੱਕੇ ਨੇ ਰਾਈਟ, ਬਾਇਓਮੈਟ੍ਰਿਕਸ ਦੇ ਵਾਸਤੇ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਟੂਡੈਂਟਸ ਨੂੰ? ਪਤਾ ਜੀ ਹਲੇ ਨਹੀਂ ਆਉਣੀਆਂ ਸ਼ੁਰੂ ਹੋਈਆਂ ਔਰ ਆਈ ਹੋਪ ਕਿ ਕਿਉਂਕਿ ਹੌਲੀ ਹੌਲੀ ਸਾਰਾ ਕੁਝ ਹੋ ਗਿਆ, ਆਈਲੈਟ ਸੈਂਟਰਸ ਖੁੱਲ ਗਏ ਨੇ ਔਰ ਬਾਇਓਮੈਟ੍ਰਿਕ ਜਿਸ ਤਰ੍ਹਾਂ ਤੁਸੀਂ ਦੱਸਿਆ VFS ਆਲਰੇਡੀ ਬਾਇਓਮੈਟ੍ਰਿਕ ਸਾਰੀਆਂ ਕੈਟੇਗਰੀ ਨਾਟ ਓਨਲੀ ਫॉर ਸਟੂਡੈਂਟਸ ਬਟ ਆਲ ਕੈਟੇਗਰੀਜ਼ ਵਾਸਤੇ VFS ਨੇ ਜਿਹੜੇ ਬਾਇਓਮੈਟ੍ਰਿਕ ਖੋਲ ਦਿੱਤੇ ਨੇ। ਮੈਡੀਕਲ ਵੀ 29 ਜੂਨ ਤੋਂ ਸ਼ੁਰੂ ਹੋ ਚੁੱਕੇ ਨੇ ਔਰ ਫਲਾਈਟਸ ਜਿਹੜੀਆਂ ਨੇ 31 ਜੁਲਾਈ ਤੱਕ ਬੰਦ ਸੀਗੀਆਂ ਹੈਗੀਆਂ ਨੇ ਔਰ 31 ਜੁਲਾਈ ਤੋਂ ਬਾਅਦ ਆਮ ਹਾਈਲੀ ਹੋਪਫੁਲ ਕਿ ਸ਼ੁਰੂ ਹੋਣ ਦੀ ਸੰਭਾਵਨਾ ਹੈਗੀ। ਸਾਰੇ ਸਟੂਡੈਂਟਸ ਜਿਹੜੇ ਨੇ ਧਿਆਨ ਰੱਖਣ, ਆਪਣੀ ਵੈਕਸੀਨੇਸ਼ਨ ਕਰਾਉਣ। ਔਰ ਕਵਿਤਾ ਜੀ ਇੱਕ ਚੰਗੀ ਗੱਲ ਇਹ ਕਿ ਇੰਡੀਅਨ ਗਵਰਨਮੈਂਟ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜਿੱਥੇ ਕਿ ਭੀੜ ਜਾਂ ਰਸ਼ ਹੋਵੇਗਾ ਜਾਂ ਕਈ ਵਾਰੀ ਵੈਕਸੀਨ ਖਤਮ ਹੋ ਜਾਣ ਤੇ ਉਹਨਾਂ ਨੂੰ ਸਪੈਸ਼ਲ ਪ੍ਰੈਫਰੈਂਸ ਦਿੱਤੀ ਹੈ। ਇੱਕ ਫਾਰਮ ਹੈਗਾ ਸਪੈਸ਼ਲ ਇੰਡੀਅਨ ਗਵਰਨਮੈਂਟ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਜਾਂ ਹੋਰ ਟਰੈਵਲਰ ਜਿਨ੍ਹਾਂ ਨੇ ਬਾਹਰ ਟਰੈਵਲ ਕਰਨਾ ਹੈ ਉਹ ਫਾਰਮ ਭਰ ਕੇ ਪ੍ਰੈਫਰੈਂਸ ਦੇ ਆਧਾਰ ਤੇ
ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਉਹ ਕਰ ਸਕਦੇ ਨੇ, ਆਪਣੀ ਕੋਵਿਡ ਵੈਕਸੀਨ ਲੈ ਸਕਦੇ ਨੇ। ਔਰ ਖਾਸ ਤੌਰ 'ਤੇ ਬਾਕੀਆਂ ਨੂੰ ਜਿਸ ਤਰ੍ਹਾਂ ਕੋਵਿਸ਼ੀਲਡ ਸੀਗੀ ਉਹ ਤਕਰੀਬਨ ਕੋਈ 12 ਹਫ਼ਤੇ ਦਾ ਜਾਂ 14 ਹਫ਼ਤੇ ਦਾ ਇਸ ਤਰ੍ਹਾਂ ਕੁਝ ਟਾਈਮ ਦਿੰਦੇ ਪਏ ਨੇ ਸੈਕੰਡ ਡੋਜ਼ ਵਾਸਤੇ। ਇਹ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਜਿਹੜੇ ਨੇ ਇਹਨਾਂ ਨੂੰ 28 ਦਿਨ ਤੋਂ ਬਾਅਦ ਅਲਾਉਡ ਹੈਗੀ ਹੈ ਸੈਕੰਡ ਡੋਜ਼। ਕਿਉਂਕਿ ਜਿਸ ਤਰ੍ਹਾਂ ਆਪਾਂ ਪਿਛਲੇ ਸ਼ੋਅ 'ਚ ਵੀ ਗੱਲਬਾਤ ਕੀਤੀ ਸੀਗੀ ਕਿ ਅਗਰ ਫੁੱਲੀ ਵੈਕਸੀਨੇਟਡ ਹੈਗੇ ਆ, ਸੈਕੰਡ ਡੋਜ਼ ਵੀ ਲੱਗੀ ਹੋਈ ਹੈਗੀ ਹੈ, ਤੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਔਰ ਕਾਫੀ ਤਰ੍ਹਾਂ ਦੇ ਬੈਨੀਫਿਟਸ ਹੈਗੇ ਨੇ ਜੀ। ਜੀ ਸੋ ਫਿਲਹਾਲ ਜੀ ਇੱਕ ਵਾਰੀ ਹੁਣ ਇਨਟੇਕ ਦੀ ਵੀ ਗੱਲ ਕਰ ਲੈਂਦੇ, ਜਿਹੜਾ ਹੁਣ ਜਨਵਰੀ ਇਨਟੇਕ ਦੀ ਐਡਮਿਸ਼ਨ ਚੱਲ ਰਹੀਆਂ ਨੇ ਸਟੂਡੈਂਟਸ ਦੀ ਜਿਹੜੀ ਕੁਐਰੀ ਜਨਵਰੀ ਨੂੰ ਲੈ ਕੇ ਹੈ, ਬਿਲਕੁਲ ਇਸ ਗੱਲ ਦਾ ਧਿਆਨ ਰੱਖ ਕੇ, ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਰਦੇ ਹਾਂ, ਸਾਰੇ ਜਿਹੜੇ ਸਾਡੇ ਆਫਿਸਿਸ ਖੁੱਲ ਚੁੱਕੇ ਨੇ, ਫੋਨ ਤੇ ਗੱਲ ਕਰ ਲੈਣ ਔਰ ਆਪਣੀ ਵੀਡੀਓ ਕਾਲ ਦੇ ਜ਼ਰੀਏ ਗੱਲਬਾਤ ਕਰ ਲੈਣ ਸਾਡੇ ਕਾਉਂਸਲਰਸ ਮੈਨੇਜਰਸ ਅਲੱਗ-ਅਲੱਗ ਆਫਿਸਿਸ ਦੇ ਵਿੱਚ। ਔਰ ਤੁਸੀਂ ਆਫਿਸਿਸ ਵਿੱਚ ਜਾ ਕੇ ਪਰਸਨਲ ਵਿਜ਼ਿਟ ਦੇ ਨਾਲ ਵੀ ਸਾਹਮਣੇ ਬੈਠ ਕੇ ਗੱਲਬਾਤ ਕਰਕੇ ਸਾਰੀ ਆਪਣੀ ਕਿਹੜਾ ਕਾਲਜ ਕਿਹੜਾ ਕੋਰਸ ਤੁਹਾਨੂੰ ਅਵੇਲੇਬਲ ਹੈਗਾ, ਔਰ ਖਾਸ ਤੌਰ 'ਤੇ ਅਲੱਗ-ਅਲੱਗ ਤੁਹਾਡੀ ਕਿੰਨੇ ਆਈਲੈਟਸ ਬੈਂਡ ਨੇ, ਕਿੰਨੇ ਪਰਸੈਂਟ ਹੈਗੀ ਹੈ, ਕਿੰਨਾ ਗੈਪ ਹੈਗਾ, ਤੁਹਾਡੇ ਮੁਤਾਬਕ ਕਿਹੜੇ ਕਾਲਜ ਦੇ ਵਿੱਚ ਐਲੀਜੀਬਿਲਿਟੀ ਬਣਦੀ ਹੈ, ਕਿਸ ਦੇ ਵਿੱਚ ਨਹੀਂ ਬਣਦੀ, ਔਰ ਉਹਨਾਂ ਦੀ ਅਲੱਗ-ਅਲੱਗ ਫੀਸ, ਕਿੱਥੇ ਪੜ੍ਹ ਕੇ PR ਸੌਖੀ ਹੋਏਗੀ। ਔਰ ਅਗਰ ਤੁਹਾਡੇ ਕੋਲ ਰਿਲੇਟਿਵ ਫਰੈਂਡ ਵਗੈਰਾ ਹੈਗੇ ਨੇ ਤਾਂ ਇਹ ਧਿਆਨ ਰੱਖਣਾ ਕਿ ਕੋਈ ਕਾਲਜ ਵਗੈਰਾ ਚੂਜ਼ ਕਰਨਾ ਤਾਂ ਉੱਥੋਂ ਕਿੰਨਾ ਡਿਸਟੈਂਸ ਹੈਗਾ ਉਸ ਕਾਲਜ ਦੇ। ਇਹ ਅੱਜ ਕੱਲ੍ਹ ਗੂਗਲ ਮੈਪਸ ਤੋਂ ਬੜਾ ਈਜ਼ੀ ਹੈਗਾ ਕੱਢਣਾ ਕਿ ਕਾਲਜ ਦਾ ਐਡਰੈਸ ਔਰ ਤੁਹਾਡੇ ਰਿਲੇਟਿਵ ਦਾ ਐਡਰੈਸ ਪਾ ਕੇ ਆਪਾਂ ਦੇਖ ਲਾਂਗੇ ਕਿੰਨਾ ਡਿਸਟੈਂਸ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਦੀ ਗਾਈਡੈਂਸ ਜਿਹੜੀ ਹੈ ਤੁਸੀਂ ਲੈ ਸਕਦੇ ਹੋ। ਜਨਵਰੀ ਇਨਟੇਕ ਵਾਸਤੇ ਕੁਝ ਕਾਲਜਿਸ ਦੀ ਕਈ ਪ੍ਰੋਗਰਾਮਸ ਫੁੱਲ ਹੋ ਗਏ ਨੇ ਆਲਰੇਡੀ ਜੀ। ਸੋ ਤੁਸੀਂ ਬੜੇ ਖਿਆਲ ਨਾਲ ਇਹ ਸਾਰੀ ਜਿਹੜੀ ਗਾਈਡੈਂਸ ਲੈ ਕੇ ਅਪਲਾਈ ਛੇਤੀ ਕਰ ਲੈਣਾ। ਖਾਸ ਤੌਰ 'ਤੇ ਜਿਨ੍ਹਾਂ ਦੀ ਜਿਹੜੀ ਆਈਲੈਟਸ ਦਾ ਬਹੁਤ ਸਾਰੇ ਸਟੂਡੈਂਟਸ ਹੁਣ ਜ਼ਿਆਦਾਤਰ ਆਈਲੈਟਸ ਕਰਦੇ ਪਏ ਨੇ, ਔਰ ਆਈਲੈਟਸ ਦਾ ਰਿਜ਼ਲਟ ਜਦੋਂ ਆਨਲਾਈਨ ਆ ਜਾਏ ਉਦੋਂ ਹੀ, ਜਦੋਂ ਤੁਹਾਨੂੰ ਪਤਾ ਲੱਗੇ ਕਿ ਬੈਂਡ ਦੀ ਐਲੀਜੀਬਿਲਿਟੀ ਬਣਦੀ, ਬਾਕੀ ਸਾਰੀ ਗੱਲਬਾਤ ਕਰਕੇ ਆਪਾਂ ਜ਼ਿਆਦਾਤਰ ਕਾਲਜਿਸ ਇੰਸਟੀਟਿਊਸ਼ਨਸ ਦੀ ਆਨਲਾਈਨ ਐਪਲੀਕੇਸ਼ਨਸ ਜਾਂਦੀਆਂ ਨੇ ਔਰ ਆਨਲਾਈਨ ਐਪਲੀਕੇਸ਼ਨਸ ਹੀ ਪਾ ਕੇ ਆਪਣਾ ਸਾਰਾ डिटेल चली जाएगी, नाम वगैरह, लेकिन डॉक्यूमेंट्स बाद ਦੇ ਵਿੱਚ ਸਬਮਿਟ ਕਰਨੇ ਹੁੰਦੇ ਨੇ। ਹਫਤੇ 10 ਦਿਨ ਬਾਅਦ TRF ਆਏਗੀ, ਬਾਅਦ ਦੇ ਵਿੱਚ ਸਬਮਿਟ ਕਰ ਦਾਂਗੇ, ਲੇਕਿਨ ਆਪਣੀ ਐਪਲੀਕੇਸ਼ਨ ਕਿਊ ਦੇ ਵਿੱਚ ਲੱਗ ਜਾਏਗੀ ਔਰ ਆਪਾਂ ਨੂੰ ਪ੍ਰੈਫਰੈਂਸ ਤੇ ਐਡਮਿਸ਼ਨ ਮਿਲ ਜਾਏਗੀ ਜੀ। ਤੇ ਇਹ ਸਾਰੀ ਗੱਲਬਾਤ ਤੁਸੀਂ ਵੈਲਕਮ ਔਰ ਆਫਿਸ ਦੇ ਵਿੱਚ ਵਿਜ਼ਿਟ ਕਰ ਲੈਣਾ ਜੀ। ਅੱਛਾ, ਬਜਟ ਨੂੰ ਲੈ ਕੇ ਕੀ ਓਪੀਨੀਅਨ ਹੈ ਤੁਹਾਡਾ ਸਟੂਡੈਂਟਸ ਦਾ? ਕਿਉਂਕਿ ਕਈ ਹੈਗੇ ਨੇ ਜਿਹੜੇ ਕਿ ਚੰਗੇ ਇੰਟੈਲੀਜੈਂਟ ਸਟੂਡੈਂਟਸ ਹੁੰਦੇ ਨੇ ਬਟ ਕਿਤੇ ਨਾ ਕਿਤੇ ਬਜਟ ਨਹੀਂ ਹੈ ਜੀ ਸਾਡਾ, ਅਸੀਂ ਬਟ ਪੜ੍ਹਨਾ ਚੰਗੇ ਇੰਸਟੀਚਿਊਟ ਦੇ ਵਿੱਚ ਹੈ ਜਾਂ ਕਾਲਜ ਦੇ ਵਿੱਚ ਹੈ। ਕੀ ਕੈਨੇਡਾ ਦੇ ਕਾਲਜਸ ਇੰਸਟੀਚਿਊਟ ਇੱਦਾਂ ਦੇ ਸਟੂਡੈਂਟਸ ਨੂੰ ਐਕਸੈਪਟ ਕਰਦੇ ਨੇ? ਸਕਾਲਰਸ਼ਿਪਸ ਵਾਕਿਆ ਦੇ ਵਿੱਚ ਮਿਲਦੀਆਂ ਨੇ ਜਾਂ ਫਿਰ ਨਹੀਂ? ਕਵਿਤਾ ਜੀ ਦੇਖੋ, ਵੈਸੇ ਕੈਨੇਡਾ ਦੀ ਫੀਸ ਜਿਹੜੀ ਹੈਗੀ ਹੈ ਉਹ USA, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਬਾਕੀ ਸਾਰੇ ਕੰਟਰੀਜ਼ ਨਾਲੋਂ, UK ਨਾਲੋਂ ਜ਼ਿਆਦਾਤਰ ਇੰਸਟੀਚਿਊਸ਼ਨਸ ਦੀ ਫੀਸਾਂ ਘੱਟ ਨੇ ਕਾਫੀ। ਲੇਕਿਨ ਉਸ ਦੇ ਨਾਲ ਇਹ ਕਿ ਖਾਸ ਤੌਰ 'ਤੇ ਇਹ ਚੰਗੀ ਗੱਲ ਹੈਗੀ ਹੈ ਕਿ ਬੜੇ ਸਾਰੇ ਇੰਸਟੀਚਿਊਸ਼ਨਸ ਦੇ ਵਿੱਚ ਫੀਸਾਂ ਘੱਟ ਨੇ ਔਰ ਇਹ ਉਹੀ ਨੌਲੇਜ ਇਜ਼ ਪਾਵਰ। ਜਦੋਂ ਨੌਲੇਜ ਹੈਗੀ ਆ ਔਰ ਸਾਡੇ ਵਰਗੇ ਕੰਸਲਟੈਂਟ ਇਹਨੇ 2003 ਤੋਂ ਕਰਕੇ ਸਾਰਾ ਡਾਟਾਬੇਸ, ਸਾਰਾ ਡਿਟੇਲਸ ਅਸੀਂ ਬਣਾਈਆਂ ਹੋਈਆਂ ਨੇ ਔਰ ਨੌਲੇਜ ਹੈਗੀ ਹੈ ਔਰ ਇੰਟੈਂਸ਼ਨ ਹੈਗੀ ਹੈ। ਇੰਟੈਂਸ਼ਨ ਦਾ ਮਤਲਬ ਨੀਅਤ ਵੀ ਹੈਗੀ ਹੈ ਕਿ ਮੈਂ ਪਰਸਨਲੀ, ਮੇਰੀ ਜਿਹੜੀ ਪਾਲਿਸੀ ਤੇ ਸਾਰੇ ਆਫਿਸ ਸਾਡੇ ਬੜੇ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਆਫਿਸਿਸ ਨੇ, ਪਾਲਿਸੀ ਮੇਰੀ ਪਾਲਿਸੀ ਦੇ ਨਾਲ ਚੱਲਦੇ ਨੇ ਔਰ ਮੈਂ ਇਹ ਸਮਝਦਾ ਕਿ ਬੇਸ਼ੱਕ ਮੰਦਰ ਗੁਰਦੁਆਰੇ ਜਾਣ ਦੀ ਜ਼ਰੂਰਤ ਨਹੀਂ, ਅਗਰ ਅਸੀਂ ਸੀਟ ਤੇ ਬੈਠ ਕੇ ਵੀ ਇਹੋ ਜਿਹੇ ਜਿਹੜੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਵਿਚਾਰੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਅਫੋਰਡ ਨਹੀਂ ਕਰਦੇ ਔਰ ਆਪਣੀ ਲਾਈਫ ਬਣਾਉਣ ਵਾਸਤੇ ਜਾਣਾ ਚਾਹੁੰਦੇ ਨੇ, ਤੇ ਉਹ ਜਿਹੜਾ ਆਫ ਕੋਰਸ ਉਹਨਾਂ ਨੂੰ ਆਈਲੈਟਸ ਬੈਂਡ ਵੀ ਚਾਹੀਦੇ ਨੇ, ਮਾਰਕਸ ਵੀ ਚਾਹੀਦੇ ਨੇ, ਐਜੂਕੇਸ਼ਨ ਵੀ ਚਾਹੀਦੀ ਹੈਗੀ ਆ, ਉਹ ਸਾਰੀਆਂ ਕੰਡੀਸ਼ਨਾਂ ਮੀਟ ਕਰਦੇ ਨੇ, ਖਰਚੇ ਉਹਨਾਂ ਕੋਲ ਪੈਸੇ ਘੱਟ ਨੇ, ਤੇ ਉਹਨਾਂ ਦੀ ਜਦੋਂ ਅਸੀਂ ਉਂਗਲ ਫੜ ਕੇ ਔਰ ਪ੍ਰੋਪਰ ਗਾਈਡੈਂਸ ਦੇ ਨਾਲ ਹੈਲਪ ਕਰਦੇ ਹਾਂ ਔਰ ਉਹਨਾਂ ਨੂੰ ਪ੍ਰੋਪਰ ਆਨੈਸਟੀ ਦੇ ਨਾਲ ਜਦੋਂ ਅਸੀਂ ਬਗੈਰ ਫੀਸ ਤੋਂ ਪਹੁੰਚਾਉਂਦੇ ਹਾਂ ਉੱਥੇ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ, ਤੇ ਉਹ ਵੀ ਇੱਕ ਕਿਸਮ ਦੀ ਸਮਾਜ ਸੇਵਾ ਹੈਗੀ ਆ। ਬੜੇ ਸਾਰੇ ਕਾਲਜਿਸ ਦਾ, ਜਿਸ ਤਰ੍ਹਾਂ ਮੈਂ ਹੁਣ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਸਟੂਡੈਂਟ ਜਿਹੜੇ ਨੇ ਕਾਪੀ ਪੈਨ ਲਾ ਕੇ ਲਿਖ ਲੈਣ ਕਿ ਲੈਂਪਟਨ ਦੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਨੇ, ਪੋਸਟ ਗ੍ਰੈਜੂਏਟ ਜਿਹੜੇ ਪ੍ਰੋਗਰਾਮਸ ਨੇ, ਉਹ 2 ਸਾਲ ਦੇ ਨੇ ਔਰ 3+1 ਦਾ ਮਤਲਬ 4th ਸਮੈਸਟਰ ਕੋਪ ਹੈਗਾ ਔਰ ਉਸ ਦੀ ਜ਼ਿਆਦਾਤਰ ਪ੍ਰੋਗਰਾਮਸ ਦੀ ਆਫ ਕੋਰਸ ਤੁਸੀਂ ਜਦੋਂ ਚੁਣਨਾ ਹੈਗਾ, ਚੈੱਕ ਕਰਨਾ, ਦੱਸਿਆ ਜਾਵੇ ਤੁਹਾਨੂੰ, ਤੇ ਉਹ ਕਾਲਜ ਦੀ ਵੈਬਸਾਈਟ ਤੇ ਹੋਰ ਸਾਰੀ ਡਿਟੇਲ ਚੈੱਕ ਕਰਨੀਆਂ ਨੇ, ਤੇ ਉਸ ਦੇ ਵਿੱਚ ਫੀਸ ਜਿਹੜੀ ਹੈ ਨਹੀਂ ਲੈਂਦੇ ਕਾਲਜ
ਔਰ ਇਸੇ ਤਰ੍ਹਾਂ KPU ਹੈਗਾ, NBCC ਹੈਗਾ, CNC ਹੈਗਾ। ਇਹ ਥੋੜੇ ਮੈਂ ਨਾਂ ਦੱਸੇ ਨੇ ਜਿਹਦੇ ਵਿੱਚ ਫੀਸ ਘੱਟ ਹੈਗੀ ਹੈ ਤੇ ਵੈਲਕਮ ਜੀ। ਸੋ ਫਿਲਹਾਲ ਜੀ ਤੁਸੀਂ ਆਪਣੇ ਪ੍ਰੋਗਰਾਮ ਦੇ ਬਾਰੇ ਤੇ ਕਾਲਜ ਦੇ ਬਾਰੇ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਪਲੀਜ਼ ਕੰਟੈਕਟ ਨਾ ਜ਼ਰੂਰ ਕਰ ਲਿਆ ਕਰੋ। ਨੰਬਰ ਇਸੇ ਕਰਕੇ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦੇ ਆ ਤੇ ਲਾਈਵ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਤੁਸੀਂ ਆਪਣੇ ਸਵਾਲ ਜਿਹੜੇ ਡਿਸਕਸ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਰਵੀ ਸਰ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਇਸੇ ਦੇ ਨਾਲ ਜੀ ਹੁੰਦੇ ਹੋ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ। ਆਪਣਾ ਖਿਆਲ ਰੱਖੋ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਿਹਾ ਕਰੋ। ਧੰਨਵਾਦ।